बिन तेल दीवा क्यों जलै, दीवा क्यों जलै। बिन तेल दीवा क्यों जलै। राग केदारा बाणी भगत कबीर जी होगी। भगत कबीर जी सतगुਰਾਂ ਦੀ ਬਾਣੀ ਰਾਹੀਂ ਉੱਚੀ ਸੂਝ ਉੱਤਮ ਗਿਆਨ ਦਰਸਾ ਰਹੇ ਹਨ। ਬਾਣੀ ਪੜ੍ਹਨ ਦੇ ਨਾਲ ਸਰੀਰ ਨੂੰ, ਆਤਮਾ ਨੂੰ, ਮਨ ਨੂੰ, ਜੀਵ ਨੂੰ ਇਹ ਸੋਝੀ ਹੋ ਜਾਂਦੀ ਹੈ ਪਰਮਾਤਮਾ ਕਿੱਥੇ ਵਸਦਾ ਹੈ। ਪਹਿਲਾਂ ਤੋਂ ਚੱਲ ਰਹੇ ਰੀਤੀ ਰਿਵਾਜਾਂ ਵਿੱਚ ਲੋਕ ਜੰਗਲਾਂ ਵਿੱਚ ਜਾਂਦੇ ਸੀ, ਤਪ ਕਰਦੇ ਸੀ, ਭੋਰਿਆਂ 'ਚ ਬਹਿੰਦੇ ਸੀ, ਸਰੀਰ 'ਤੇ ਸਵਾਹ ਮਲਦੇ ਸੀ। ਭਗਤ ਕਬੀਰ ਜੀ ਨੇ ਉਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਪਹਿਲਾਂ ਦੱਸੇ ਰਸਤੇ 'ਤੇ ਵੱਖ-ਵੱਖ ਤਰ੍ਹਾਂ ਦੇ ਪਰਮਾਤਮਾ ਨੂੰ ਮਿਲਣ ਦੇ ਲੋਕ ਯਤਨ ਕਰਦੇ ਸੀ। ਪੁਜਾਰੀ ਵਰਗ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਦਾ ਰਹਿੰਦਾ ਸੀ। ਸਾਰੇ ਧਰਮਾਂ ਦੇ ਵੱਖ-ਵੱਖ ਰੱਬ ਬਣਾਏ ਗਏ। ਭਗਤ ਜੀ ਨੇ ਰੱਬੀ ਬਾਣੀ ਰਾਹੀਂ ਸਿੱਧਾ ਰਸਤਾ ਦੱਸਿਆ। ਜੀਓ ਏਕ ਅਰ ਸਗਲ ਸ਼ਰੀਰਾ, ਇਸ ਮਨ ਕੋ ਰਵ ਰਹੇ ਕਬੀਰਾ। ਸਿਫਤ ਸਲਾਹ ਦੀ ਬਾਣੀ ਰਾਹੀਂ ਗਿਆਨ ਹੋ ਜਾਂਦਾ ਹੈ ਕਿ ਸਾਰਿਆਂ ਸਰੀਰਾਂ ਵਿੱਚ ਇੱਕ ਚੇਤਨ ਸਤਾ ਵਰਤ ਰਹੀ ਹੈ। ਕਰਮ ਸਕਰਮ ਉਸ ਦੇ ਹੁਕਮ ਅਨੁਸਾਰ ਹੋ ਰਹੇ ਹਨ। ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੇ ਕਿਨ ਜਿਉ ਦੀਨ ਰੇ। ਹਰ ਮੇ ਤਨ ਹੈ, ਤਨ ਮੇ ਹਰ ਹੈ, ਸਰਬ ਨਿਰੰਤਰ ਸੋਏ ਰੇ। ਪਹਿਲਾਂ ਤੋਂ ਚੱਲ ਰਹੇ ਰੀਤੀ ਰਿਵਾਜਾਂ ਅਨੁਸਾਰ ਕਿਹਾ ਜਾਂਦਾ ਸੀ ਵੀ ਇਹ ਜਿਹੜਾ ਜੀਵ ਹੈ ਇਹਦਾ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਕਰਮਾਂ ਦੇ ਅਨੁਸਾਰ ਹੈ। ਭਗਤ ਜੀ ਨੇ ਇਸ ਸ਼ਬਦ ਦੇ ਵਿੱਚ ਦੱਸਿਆ ਹੈ, ਕਰਮ ਬਦ ਤੁਮ ਜਿਉ ਕਹਿਤ ਹੋ, ਕਰਮੇ ਕਿਨ ਜਿਉ ਦੀਨ ਰੇ। ਤੁਸੀਂ ਆਖਦੇ ਹੋ ਕਰਮਾਂ ਕਰਕੇ ਜੀਵ ਆਉਂਦਾ ਜਾਂਦਾ ਹੈ, ਪਰ ਇਹ ਕਰਮ ਕਰਦਾ ਕੌਣ ਹੈ। ਹਰ ਮੇ ਤਨ ਹੈ, ਤਨ ਮੇ ਹਰ ਹੈ, ਸਰਬ ਨਿਰੰਤਰ ਸੋਏ ਰੇ। ਪਰਮਾਤਮਾ ਸਰੀਰ ਦੇ ਵਿੱਚ ਹੈ, ਸਰੀਰ ਪਰਮਾਤਮਾ ਦੇ ਵਿੱਚ ਹੈ। ਹਰ ਥਾਂ ਇੱਕੋ ਸ਼ਕਤੀ ਵਰਤ ਰਹੀ ਹੈ। ਸਾਰਿਆਂ ਦੇ ਵਿੱਚ ਇੱਕੋ ਜਿੰਦ ਵਰਤ ਰਹੀ ਹੈ। ਜਿੰਨਾ ਚਿਰ ਉਹ ਚੇਤਨ ਸਦਾ ਅੰਦਰ ਹੈ ਤਾਂ ਜੀਵ ਕਰਮ ਕਰ ਸਕਦਾ ਹੈ। ਜਦੋਂ ਚੇਤਨ ਸਦਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਅਤੇ ਇਹ ਸਰੀਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਸ ਸ਼ਬਦ ਵਿੱਚ ਭਗਤ ਕਬੀਰ ਜੀ ਦੱਸ ਰਹੇ ਹੈ ਸਦਾ ਸਿਫਤ ਸਲਾਹ ਦੀ ਬਾਣੀ ਰਾਹੀਂ ਪਰਮਾਤਮਾ ਇੱਕ ਹੈ, ਉਹ ਸਦਾ ਰਹਿਣ ਵਾਲਾ ਹੈ, ਉਸ ਦਾ ਹੁਕਮ ਅਟੱਲ ਹੈ। ਉਹ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਨਾਲ ਸਾਂਝ ਬਣਾਈ ਜਾ ਸਕਦੀ ਹੈ। ਬਾਣੀ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਸੋਝੀ ਦੇ ਕੇ ਜੀਵਾਂ ਦੇ ਭਲੇ ਵਾਸਤੇ ਉਚਾਰਨ ਕੀਤੀ। ਗੁਰੂ ਦੀ ਮੱਤ ਬਾਣੀ ਦੇ ਉਪਦੇਸ਼ ਨੂੰ ਮੰਨ ਕੇ ਮਾਇਆ ਦਾ ਮੋਹ ਤੋਂ ਜੀਵ ਨਿਰਲੇਪ ਹੋ ਸਕਦਾ ਹੈ। ਇਸ ਸ਼ਬਦ ਵਿੱਚ ਕੀ ਆਖਿਆ ਹੈ, ਗੁਰੂ ਕਿਰਪਾ ਸਦਕਾ ਵਿਚਾਰ ਕਰੀਏ। ਉਸਤਤ ਨਿੰਦਾ ਦੋ ਬਿਵਰਜਤ, ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਭਗਤ ਜੀ ਦੱਸ ਰਹੇ ਹੈ ਪਰਮਾਤਮਾ ਹਾਜ਼ਰ ਨਾਜ਼ਰ ਹੈ, ਸਾਡੇ ਸਾਰੇ ਕਰਮ ਦੇਖ ਰਿਹਾ ਹੈ। ਇਸ ਦੀ ਸਮਝ ਤਾਂ ਹੀ ਆਉਂਦੀ ਹੈ ਅਸੀਂ ਕਿਸੇ ਮਨੁੱਖ ਦੀ ਖੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ। ਇਹਨਾਂ ਨੂੰ ਛੱਡਣਾ ਪਵੇਗਾ। ਮਾਨ ਅਤੇ ਅਭਿਮਾਨ ਇਹਨਾਂ ਨੂੰ ਵੀ ਛੱਡਣਾ ਪਵੇਗਾ। ਅਭਿਮਾਨ
ਹਿਰਦੇ ਦਾ ਮਾਨ ਮੈਂ ਹਾਂ। ਲੋਹਾ ਤੇ ਕੰਚਨ ਸਮ ਕਰ ਜਾਣੇ ਤੇ ਮੂਰਤ ਭਗਵਾਨਾ। ਭਾਵ ਸਾਰਿਆਂ ਨਾਲ ਸਮਦ੍ਰਿਸ਼ਟ ਹੋ ਕੇ ਵਰਤਨ ਪਿੱਛੋਂ ਹੌਲੀ ਹੌਲੀ ਸਮਝ ਆਉਂਦੀ ਹੈ ਕਿ ਸਾਰਿਆਂ ਜੀਵਾਂ ਵਿੱਚ ਇੱਕ ਚੇਤਨ ਸਤਾ ਵਰਤ ਰਹੀ ਹੈ। ਕਰਮ ਤੇ ਸਕਰਮ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ ਕਰਦਾ ਹੈ। ਮਾਨ ਅਤੇ ਅਭਿਮਾਨ, ਆਦਰ ਤੇ ਨਿਰਾਦਰ, ਮਾੜੇ ਜਾਂ ਚੰਗੇ ਦੁਨਿਆਵੀ ਪਦਾਰਥਾਂ ਦਾ ਮੋਹ ਛੱਡ ਕੇ ਸਭਨਾਂ ਵਿੱਚ ਇੱਕ ਪਰਮਾਤਮਾ ਨੂੰ ਵੇਖਣਾ ਹੈ। ਫਿਰ ਮਾਇਆ ਦੀ ਮੈਲ ਤੋਂ ਮੁਕਤ ਹੋ ਕੇ ਅੰਦਰ ਬਾਹਰ ਉਹੀ ਨਜ਼ਰ ਆਵੇਗਾ ਜੋ ਇੱਕ ਹੈ, ਸਤ ਹੈ, ਸੱਚ ਹੈ, ਅਮਰ ਹੈ। ਉਸ ਨੂੰ ਸਾਰਿਆਂ ਵਿੱਚ ਇੱਕ ਭਗਵਾਨ ਹੀ ਵਰਤਦਾ ਦਿਸਦਾ ਹੈ। ਤੇਰਾ ਜਨ ਏਕ ਆਦਿ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਤ, ਹਰ ਪਦ ਚੀਨੈ ਸੋਈ। ਰਹਾਓ। ਹੇ ਪ੍ਰਮਾਤਮਾ, ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ ਜੋ ਤੇਰਾ ਬਣਦਾ ਹੈ। ਜਿਸ ਉੱਤੇ ਤੇਰੀ ਨਜ਼ਰ ਹੁੰਦੀ ਹੈ ਉਸ ਨੂੰ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਚਾਰ ਪ੍ਰਭਾਵਿਤ ਨਹੀਂ ਕਰ ਸਕਦੇ। ਜੋ ਜੀਵ ਇਹਨਾਂ ਨੂੰ ਤਿਆਗਦਾ ਹੈ ਉਹੀ ਮਨੁੱਖ ਪ੍ਰਭੂ ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਉਂਦਾ ਹੈ। ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਕਈ ਜੀਵ ਰਜੋਗੁਣ ਤਮੋਗੁਣ ਅਤੇ ਸਤੋਗੁਣ ਦੇ ਪ੍ਰਭਾਵ ਵਿੱਚ ਹਨ। ਰਜੋ ਭਾਵ ਊਰਜਾ ਅਤੇ ਗਤੀਵਿਧੀ ਦੀ ਗੁਣਵੰਤਾ, ਤਮੋ ਭਾਵ ਹਨੇਰੇ ਅਤੇ ਜੜਤਾ ਦਾ ਗੁਣ, ਅਤੇ ਸਤੋ ਭਾਵ ਸ਼ੁੱਧਤਾ ਅਤੇ ਪ੍ਰਕਾਸ਼ ਦੇ ਗੁਣ। ਸਭ ਨੂੰ ਰੱਬ ਦੀ ਮਾਇਆ ਕਹਿ ਰਹੇ ਹਨ। ਤੇਰੀ ਭਰਮ ਦੀ ਰਚਨਾ ਕਿਹਾ ਜਾਂਦਾ ਹੈ। ਜੋ ਮਨੁੱਖ ਇਹਨਾਂ ਤੋਂ ਉਤਾਂਹ ਭਾਵ ਮਾਇਆ ਦੇ ਪ੍ਰਭਾਵ ਛੱਡ ਕੇ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਨਿਰੀਆਂ ਗੱਲਾਂ ਕਰਨ ਦੇ ਨਾਲ ਉੱਚੀ ਆਤਮਿਕ ਅਵਸਥਾ ਨਹੀਂ ਹੋ ਸਕਦੀ। ਗੁਰੂ ਦੇ ਸ਼ਬਦ ਨੂੰ ਕਮਾਉਣ ਤੋਂ ਬਿਨਾਂ, ਗੁਰਬਾਣੀ ਦਾ ਹੁਕਮ ਮੰਨਣ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਨਹੀਂ ਹੈ। ਮਹਿਲਾ ਪੰਜਵਾਂ। ਸੱਜਣ ਸੱਚ ਪਰਖ ਮੁਖ ਅਲਾਮਣ ਥੋਥਰਾ, ਮਨ ਮੰਜਾਹੂ ਲਖ ਤੁਧੋ ਦੂਰ ਨਾ ਸੂਪਿਰੀ। ਜੋ ਸ਼ਬਦ ਅਸੀਂ ਪੜ੍ਹਦੇ ਸੁਣਦੇ ਹਾਂ ਉਸ ਨੂੰ ਹਿਰਦੇ ਵਿੱਚ ਵਿਚਾਰਨ ਅਤੇ ਵਸਾਉਣ ਨਾਲ ਪਤਾ ਲੱਗਦਾ ਹੈ ਪਰਮਾਤਮਾ ਹਿਰਦੇ ਵਿੱਚ ਸਾਡੇ ਤੋਂ ਦੂਰ ਨਹੀਂ, ਹਰ ਥਾਂ ਉਹੀ ਇੱਕ ਹੈ। ਗੁਰਬਾਣੀ ਸੱਚ ਹੈ। ਇਸ ਨੂੰ ਸਮਝ ਕੇ ਇਸ ਦੀ ਕਸੌਟੀ 'ਤੇ ਆਪਣੇ ਮਨ ਨੂੰ ਪਰਖਣਾ ਹੈ ਕਿ ਗੁਰੂ ਕੀ ਕਹਿ ਰਿਹਾ ਹੈ, ਮੇਰਾ ਮਨ ਇਹ ਕਰ ਰਿਹਾ ਹੈ ਕਿ ਨਹੀਂ। ਤੀਰਥ ਵਰਤ ਨੇਮ ਸੋ ਸੰਜਮ, ਸਦਾ ਰਹੇ ਨਹਿਕਾਮਾ, ਤ੍ਰਿਸ਼ਨਾ ਅਰ ਮਾਇਆ ਪਰਮ ਚੁਕਾ, ਚੇਤਵਤ ਆਤਮ ਰਾਮਾ। ਜੋ ਮਨੁੱਖ ਸੱਚ ਨਾਲ ਸਾਂਝ ਪਾਉਂਦਾ ਹੈ ਉਹ ਕੂੜ ਨੂੰ ਤਿਆਗਦਾ ਹੈ, ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਅਤੇ ਭਟਕਣਾ ਮੁੱਕ ਜਾਂਦੀ ਹੈ। ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨਿਯਮਾਂ ਤੋਂ ਆਜ਼ਾਦ ਰਹਿੰਦਾ ਹੈ। ਭਾਵ ਉਸ ਦੀ ਕਰਮ ਕਾਂਡ ਕਰਨ ਦੀ ਇੱਛਾ ਖਤਮ ਹੋ ਜਾਂਦੀ ਹੈ, ਕਿਉਂਕਿ ਉਸ ਨੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਆਪਣੇ ਮਨ ਦਾ ਸੁਭਾਅ ਬਦਲਿਆ ਹੁੰਦਾ ਹੈ। ਜਿੰਨਾ ਚਿਰ ਸਾਡਾ ਸੁਭਾਅ ਨਹੀਂ ਬਦਲਦਾ ਉਹਨਾਂ ਚਿਰ ਅਸੀਂ ਕੋਈ ਵੀ ਕਰਮ ਕਰ ਰਹੇ ਹਾਂ। ਭਾਵੇਂ ਹਰ ਰੋਜ਼ ਗੁਰੂ ਘਰ ਜਾਂਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਜੇਕਰ ਮਨ ਵਿੱਚੋਂ ਮਾਇਆ ਦੀ ਲਗਨ ਖਤਮ ਨਹੀਂ ਹੋਈ ਤੇ ਇਹ ਸਭ ਕੁਝ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ। ਜਿਹ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤੇ ਨਾਸਾ, ਨਿਰਭਉ ਪੂਰ ਰਹੇ ਭਰਮ ਭਾਗਾ, ਕਹੇ ਕਬੀਰ ਜਨ ਦਾਸਾ। ਜਿਸ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਦਾ ਗਿਆਨ ਵਸ ਜਾਂਦਾ ਹੈ ਉਸ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਹੈ। ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਉਸ ਦੇ ਅੰਦਰੋਂ ਭਰਮ ਮੁੱਕ ਜਾਂਦਾ ਹੈ ਅਤੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਸਭ ਕੁਝ ਪਰਮਾਤਮਾ ਕਰ ਰਿਹਾ ਹੈ, ਕਰਵਾ ਰਿਹਾ ਹੈ, ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਸਤਿਗੁਰ ਸਭ 'ਤੇ ਮਿਹਰ ਕਰਨ, ਸਮੱਤ ਬਖਸ਼ਣ,
ਆਪਦੇ ਚਰਨਾਂ ਨਾਲ ਜੋੜਨ, ਤਾਂ ਕਿ ਅਸੀਂ ਆਪਣੀ ਸੰਸਾਰ ਦੀ ਜੀਵਨ ਯਾਤਰਾ ਸਫਲ ਕਰ ਸਕੀਏ।